ਹੈਲੋ एवरीवन ਵੈਲਕਮ ਟੂ ਸਟੱਡੀ ਸ਼ੌਕਰਸ ਹੇਅਰ ਸਟੱਡੀ ਬਿਕਮਸ ਈਜ਼ਰ। ਜਿਵੇਂ ਤੁਹਾਨੂੰ ਪਤਾ ਜੀ ਪੰਜਾਬ ਦੇ ਸਾਰੇ ਕੰਪੀਟੀਟਿਵ ਐਗਜ਼ਾਮਸ ਲਈ ਆਪਾਂ ਪੰਜਾਬੀ ਗ੍ਰਾਮਰ ਸੀਰੀਜ਼ ਸ਼ੁਰੂ ਕੀਤੀ ਹੋਈ ਹੈ, ਜਿਹਦੇ ਵਿੱਚ ਆਪਾਂ ਲੈ ਕੇ ਆਏ ਆਪਣਾ ਨੈਕਸਟ ਲੈਕਚਰ। ਇਸ ਤੋਂ ਪਹਿਲਾਂ ਦੀ ਵੀਡੀਓਜ਼ ਦੇ ਵਿੱਚ ਆਪਾਂ ਪ੍ਰਯੋਗ ਦੇ ਆਧਾਰ 'ਤੇ ਸ਼ਬਦਾਂ ਦੇ ਵਰਗੀਕਰਨ ਦੇ ਵਿੱਚ ਪਹਿਲੀਆਂ 4 ਟਾਈਪਸ ਆਪਾਂ ਕਰ ਚੁੱਕੇ ਹਾਂ, ਜਿਸ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਨਾਮ ਕੀਤਾ, ਜਿਸ ਦੀ ਆਪਾਂ ਟੋਟਲ 5 ਟਾਈਪਸ ਦੇਖੀਆਂ। ਉਸ ਤੋਂ ਬਾਅਦ ਆਪਾਂ ਪੜਨਾਂਵ ਕੀਤਾ, ਜਿਸ ਦੀ ਟੋਟਲ 6 ਟਾਈਪਸ। ਉਸ ਤੋਂ ਬਾਅਦ ਆਪਾਂ ਵਿਸ਼ੇਸ਼ਣ ਕੰਪਲੀਟ ਕੀਤਾ, ਜਿਸ ਦੀਆਂ 5 ਟਾਈਪਸ ਸੀ। ਤੇ ਉਸ ਤੋਂ ਬਾਅਦ ਕਿਰਿਆ ਕੀਤੀ, ਤੇ ਕਿਰਿਆ ਦੀ ਮੂਲ ਰੂਪ ਦੇ ਵਿੱਚ 2 ਟਾਈਪਸ ਹੁੰਦੀਆਂ ਨੇ, ਪਰ ਉਸਦੀ ਅਲੱਗ-ਅਲੱਗ ਤਰ੍ਹਾਂ ਨਾਲ ਉਸਦੀ ਵੰਡ ਜਿਹੜੀ ਉਹ ਕੀਤੀ ਜਾ ਸਕਦੀ ਹੈ। ਤਾਂ ਆਪਾਂ 4 ਤਰ੍ਹਾਂ ਦੀ ਵੰਡ ਦੇਖੀ, ਤੇ ਨਾਲ ਸੰਸਰਗੀ ਕਿਰਿਆ ਤੇ ਸਹਾਇਕ ਕਿਰਿਆ ਵਿੱਚ ਡਿਫਰੈਂਸ ਉਸਨੂੰ ਡਿਸਕਸ ਕੀਤਾ। ਅੱਜ ਆਪਾਂ ਕਰਨ ਲੱਗੇ ਹਾਂ ਜੀ ਨੈਕਸਟ ਟਾਈਪ, 5th ਟਾਈਪ, ਜਿਸ ਦਾ ਨਾਮ ਹੈ ਕਿਰਿਆ ਵਿਸ਼ੇਸ਼ਣ। ਕੀ ਹੁੰਦਾ ਕਿਰਿਆ ਵਿਸ਼ੇਸ਼ਣ? ਦੇਖੋ, ਨਾਮ ਤੋਂ ਤੁਹਾਨੂੰ ਕਲੀਅਰ ਹੋ ਰਿਹਾ ਹੋਏਗਾ। ਜਿਵੇਂ ਆਪਾਂ ਪਹਿਲਾਂ ਵਿਸ਼ੇਸ਼ਣ ਪੜ੍ਹਿਆ ਸੀ, ਤਾਂ ਵਿਸ਼ੇਸ਼ਣ ਕੀ ਹੁੰਦਾ? ਵਿਸ਼ੇਸ਼ਣ ਉਹ ਸ਼ਬਦ ਹੈ ਜੋ ਵਿਸ਼ੇਸ਼ਤਾ ਦੱਸਦਾ ਹੈ। ਅਗਰ ਆਪਾਂ ਇਕੱਲੇ ਵਿਸ਼ੇਸ਼ਣ ਦੀ ਗੱਲ ਕਰੀਏ ਤਾਂ ਨਾਮ ਔਰ ਪੜਨਾਮ ਦੀ ਵਿਸ਼ੇਸ਼ਤਾ ਦੱਸਦਾ ਹੈ, ਤੇ ਜਦੋਂ ਉਹ ਸ਼ਬਦ ਆ ਜਾਂਦਾ ਕਿਰਿਆ ਵਿਸ਼ੇਸ਼ਣ, ਤਾਂ ਇਸ ਦਾ ਮਤਲਬ ਹੈ ਕਿਰਿਆ ਦੀ ਵਿਸ਼ੇਸ਼ਤਾ ਦੱਸਣ ਵਾਲਾ ਸ਼ਬਦ ਨੂੰ ਆਪਾਂ ਕਹਿੰਦੇ ਹਾਂ ਕਿਰਿਆ ਵਿਸ਼ੇਸ਼ਣ। ਕਿਰਿਆ ਵਿਸ਼ੇਸ਼ਣ ਕਿਹੜਾ ਸ਼ਬਦ ਹੈ? ਪਹਿਲੇ 4 ਟਾਈਪਸ ਜਿਹੜੀ ਆਪਾਂ ਕੀਤੀਆਂ ਸੀ ਉਹ ਵਿਕਾਰੀ ਸ਼ਬਦ ਸੀ, ਪਰ ਕਿਰਿਆ ਵਿਸ਼ੇਸ਼ਣ ਅਵਿਕਾਰੀ ਸ਼ਬਦ ਹੈ। ਅਵਿਕਾਰੀ ਸ਼ਬਦ ਜਾਂ ਵਿਕਾਰੀ ਸ਼ਬਦ ਕੀ ਹੁੰਦੇ ਆ, ਉਸਦੀ ਡਿਟੇਲ ਵੀਡੀਓ ਆਪਣੇ ਚੈਨਲ ਤੇ ਬਣਾਈ ਹੋਈ ਹੈ। ਅਗਰ ਤੁਹਾਨੂੰ ਨਹੀਂ ਦੇਖੀ ਤਾਂ ਤੁਸੀਂ ਜਾ ਕੇ ਦੇਖ ਸਕਦੇ ਹੋ। ਕਿਰਿਆ ਵਿਸ਼ੇਸ਼ਣ ਅਵਿਕਾਰੀ ਸ਼ਬਦ ਹੈ। ਤੁਸੀਂ ਨੋਟ ਕਰ ਸਕਦੇ ਹੋ, ਜੋ ਸ਼ਬਦ ਕਿਰਿਆ ਨਾਲ ਆ ਕੇ ਕਿਰਿਆ ਦੀ ਵਿਸ਼ੇਸ਼ਤਾ ਪ੍ਰਗਟ ਕਰੇ, ਉਸਨੂੰ ਆਪਾਂ ਕਹਿੰਦੇ ਹਾਂ ਜੀ ਕਿਰਿਆ ਵਿਸ਼ੇਸ਼ਣ। ਜਿਵੇਂ ਸ਼ਾਮ ਤੇਜ਼ ਦੌੜਦਾ ਹੈ। ਹਾਂਜੀ, ਇਹਦੇ ਵਿੱਚ ਦੌੜਨਾ ਜੋ ਹੈ ਉਹ ਹੋਗੀ ਕਿਰਿਆ ਨੂੰ ਡਿਟੇਲ ਦੇ ਵਿੱਚ ਆਪਾਂ ਪਹਿਲਾਂ ਡਿਸਕਸ ਕਰ ਹੀ ਚੁੱਕੇ ਹਾਂ। ਜਿਸ ਤੋਂ ਸਾਨੂੰ ਕਿਸੇ ਕੰਮ ਦੇ ਹੋਣ ਬਾਰੇ ਪਤਾ ਚੱਲੇ, ਤਾਂ ਦੌੜਨਾ ਜੋ ਹੈ ਇੱਕ ਕਿਰਿਆ ਹੈਗੀ ਹੈ। ਤੇ ਕਿਸ ਤਰ੍ਹਾਂ ਦੌੜ ਰਿਹਾ ਉਹ ਬਹੁਤ ਹੀ ਤੇਜ਼ ਦੌੜਦਾ ਹੈ, ਤਾਂ ਤੇਜ਼ ਸ਼ਬਦ ਉਸਦੀ ਵਿਸ਼ੇਸ਼ਤਾ ਹੋਗੀ, ਤੇ ਇਹ ਬਣ ਗਿਆ ਜੀ ਕਿਰਿਆ ਵਿਸ਼ੇਸ਼ਣ। ਜੋ ਕਿਰਿਆ ਨਾਲ ਆ ਕੇ ਕਿਰਿਆ ਦੀ ਵਿਸ਼ੇਸ਼ਤਾ ਦੱਸੇ ਉਹ ਹੁੰਦਾ ਜੀ ਕਿਰਿਆ ਵਿਸ਼ੇਸ਼ਣ। ਤੇ ਤੁਹਾਨੂੰ ਪਤਾ ਹੀ ਹੈ ਸ਼ਾਮ ਕੀ ਹੈ ਜੀ? ਕਰਤਾ, ਤੇ ਹੈ ਸਹਾਇਕ ਕਿਰਿਆ। ਇਸ ਤਰ੍ਹਾਂ ਵਾਕ ਦੇ ਵਿੱਚ ਤੁਸੀਂ ਹਰ ਇੱਕ ਸ਼ਬਦ ਜਿਹੜਾ ਉਹਦੇ ਵਿੱਚ ਦਿੱਤਾ ਹੋਇਆ ਉਹਦੇ ਬਾਰੇ ਐਨਾਲਿਸਿਸ ਕਰਿਆ ਕਰੋ ਕਿ ਉਹਦੇ ਵਿੱਚ ਉਹ ਸ਼ਬਦ ਕਿਹੜੀ ਟਾਈਪ ਬਣਦੀ ਹੈ। ਸੋ ਸ਼ਾਮ ਹੈ ਕਰਤਾ, ਤੇਜ਼ ਸਾਡਾ ਕਿਰਿਆ ਵਿਸ਼ੇਸ਼ਣ, ਦੌੜਨਾ ਕਿਰਿਆ, ਤੇ ਹੈ ਸਹਾਇਕ ਕਿਰਿਆ। ਇੱਕ ਹੋਰ ਐਗਜ਼ਾਮਪਲ ਦੇਖਦੇ ਹਾਂ ਇਸ ਦੀ। ਗੁਰਜੋਤ ਹੌਲੀ ਹੌਲੀ ਲਿਖਦੀ ਹੈ। ਗੁਰਜੋਤ ਹੌਲੀ ਹੌਲੀ ਲਿਖਦੀ ਹੈ, ਤੇ ਇਹਦੇ ਵਿੱਚ ਲਿਖਣਾ ਕਿਰਿਆ ਹੋਗੀ। ਕੰਮ ਕੀ ਹੋ ਰਿਹਾ? ਲਿਖਣਾ। ਲੇਕਿਨ ਉਹ ਕੰਮ ਕਿਸ ਤਰ੍ਹਾਂ ਹੋ ਰਿਹਾ? ਬਹੁਤ ਹੌਲੀ ਹੌਲੀ ਹੋ ਰਿਹਾ, ਤਾਂ ਹੌਲੀ ਹੌਲੀ ਕਿਰਿਆ ਵਿਸ਼ੇਸ਼ਣ। ਜੋ ਕਿਰਿਆ ਦੀ ਵਿਸ਼ੇਸ਼ਤਾ ਦੱਸੇ, ਕਿਰਿਆ ਕਿਸ ਤਰ੍ਹਾਂ ਹੋ ਰਹੀ ਹੈ, ਕਿਵੇਂ ਹੋ ਰਹੀ ਹੈ, ਉਹਦੇ ਬਾਰੇ ਜੋ ਕੁਝ ਵੀ ਦੱਸੇ ਉਹ ਹੋ ਜਾਂਦਾ ਜੀ ਕਿਰਿਆ ਵਿਸ਼ੇਸ਼ਣ। ਆਈ ਹੋਪ ਤੁਹਾਨੂੰ ਮੀਨਿੰਗ ਜਿਹੜਾ ਕਲੀਅਰ ਹੋਇਆ ਹੋਏਗਾ। ਹੁਣ ਆਪਾਂ ਕਰਦੇ ਹਾਂ ਕਿਰਿਆ ਵਿਸ਼ੇਸ਼ਣ ਦੀਆਂ ਕਿਸਮਾਂ। ਕਿਰਿਆ ਵਿਸ਼ੇਸ਼ਣ ਦੀਆਂ ਕਿਸਮਾਂ। ਕਿੰਨੀਆਂ ਕਿਸਮਾਂ ਹੁੰਦੀਆਂ ਜੀ ਕਿਰਿਆ ਵਿਸ਼ੇਸ਼ਣ ਦੀਆਂ? ਹਾਂਜੀ, ਕਿਰਿਆ ਵਿਸ਼ੇਸ਼ਣ ਦੀਆਂ ਟੋਟਲ 8 ਟਾਈਪਸ ਹੁੰਦੀਆਂ ਨੇ। ਇੱਕ ਇੱਕ ਕਰਕੇ ਸਭ ਨੂੰ ਡਿਟੇਲ ਦੇ ਵਿੱਚ ਆਪਾਂ ਕਰਾਂਗੇ। ਸਭ ਤੋਂ ਪਹਿਲੀ ਟਾਈਪ ਕਾਲਵਾਚਕ। ਸਭ ਤੋਂ ਪਹਿਲੀ ਟਾਈਪ ਹੈ ਜੀ ਕਾਲਵਾਚਕ ਕਿਰਿਆ ਵਿਸ਼ੇਸ਼ਣ। ਹਾਂਜੀ, ਕਿਰਿਆ ਵਿਸ਼ੇਸ਼ਣ ਤੋਂ ਤੁਹਾਨੂੰ ਸਮਝ ਆ ਗਿਆ ਜੀ। ਕਿਰਿਆ ਵਿਸ਼ੇਸ਼ਣ ਉਹ ਹੁੰਦਾ ਜੋ ਕਿਰਿਆ ਦੀ ਵਿਸ਼ੇਸ਼ਤਾ ਦੱਸੇ। ਲੇਕਿਨ ਕਾਲਵਾਚਕ ਤੋਂ ਤੁਹਾਨੂੰ ਸਮਝ ਆ ਰਿਹਾ ਨਾ, ਕਾਲ ਦਾ ਅਰਥ ਹੁੰਦਾ ਸਮਾਂ। ਤਾਂ ਯਾਨੀ ਕਿ ਕਿਰਿਆ ਵਿਸ਼ੇਸ਼ਣ ਉਹ ਸ਼ਬਦ ਜੋ ਕਿਰਿਆ ਦੇ ਸਮੇਂ ਬਾਰੇ, ਯਾਨੀ ਕਿ ਕਿਰਿਆ ਕਿਹੜੇ ਸਮੇਂ ਵਿੱਚ ਹੋਈ, ਕਿਹੜੇ ਕਾਲ ਵਿੱਚ ਹੋਈ, ਉਹਦੇ ਬਾਰੇ ਉਹਦੀ ਵਿਸ਼ੇਸ਼ਤਾ ਦੱਸੇ, ਉਹ ਬਣ ਜਾਂਦੀ ਹੈ ਜੀ ਕਾਲਵਾਚਕ ਕਿਰਿਆ ਵਿਸ਼ੇਸ਼ਣ। ਨੋਟ ਕਰ ਸਕਦੇ ਹੋ, ਜੋ ਸ਼ਬਦ ਕਿਰਿਆ ਨਾਲ ਆ ਕੇ ਕਿਰਿਆ ਦੇ ਹੋਣ ਦੇ ਸਮੇਂ ਜਾਂ ਕਾਲ ਬਾਰੇ ਦੱਸੇ,
ਉਸਨੂੰ ਅਸੀਂ ਕਹਿੰਦੇ ਹਾਂ ਜੀ ਕਾਲਵਾਚਕ ਕਿਰਿਆ ਵਿਸ਼ੇਸ਼ਣ। ਉਦਾਹਰਨ ਜਿਵੇਂ ਮੈਂ ਅੱਜ 7 ਵਜੇ ਭੋਜਨ ਕੀਤਾ। ਮੈਂ ਅੱਜ 7 ਵਜੇ ਭੋਜਨ ਕੀਤਾ। ਤਾਂ ਭੋਜਨ ਕਰਨਾ ਜਿਹੜੀ ਹੈ ਜੀ ਉਹ ਕਿਰਿਆ ਹੋਗੀ, ਲੇਕਿਨ ਕਿੰਨੇ ਵਜੇ ਕੀਤਾ, ਉਹਦੇ ਹੋਣ ਦਾ ਸਮਾਂ ਕੀ ਸੀ 7 ਵਜੇ। ਤਾਂ ਜਦੋਂ ਸਮੇਂ ਬਾਰੇ ਸਾਨੂੰ ਉਹਦੀ ਵਿਸ਼ੇਸ਼ਤਾ ਦੱਸੀ ਜਾਵੇ ਕਿਰਿਆ ਦੀ, ਤਾਂ ਉਹ ਕੀ ਬਣ ਜਾਂਦਾ ਜੀ ਕਾਲਵਾਚਕ ਕਿਰਿਆ ਵਿਸ਼ੇਸ਼ਣ। ਤਾਂ ਇਹ ਹੋ ਗਿਆ ਜੀ ਕਾਲਵਾਚਕ ਕਿਰਿਆ ਵਿਸ਼ੇਸ਼ਣ। ਇਸੇ ਤਰ੍ਹਾਂ ਦੀਆਂ ਹੋਰ ਉਦਾਹਰਨਾਂ ਤੁਸੀਂ ਦੇਖ ਸਕਦੇ ਹੋ, ਜਿਵੇਂ ਅੱਜ, ਇਹ ਵੀ ਜੀ ਕੀ ਆਪਣਾ ਕਾਲਵਾਚਕ ਕਿਰਿਆ ਵਿਸ਼ੇਸ਼ਣ ਹੈ, ਕਿਉਂਕਿ ਇੱਥੋਂ ਵੀ ਸਾਨੂੰ ਸਮੇਂ ਦਾ ਪਤਾ ਚੱਲਦਾ ਹੈ। ਕੱਲ ਇੱਕ ਵਾਕ ਵਿੱਚ ਦੋ ਜਿਹੜੇ ਕਿਰਿਆ ਵਿਸ਼ੇਸ਼ਣ ਹੋ ਸਕਦੇ ਆ, ਇਸ ਦੇ ਵਿੱਚ ਕੋਈ ਉਹ ਨਹੀਂ ਹੈ ਕਿ ਦੋ ਨਹੀਂ ਹੋ ਸਕਦੇ, ਦੋ ਕਿਰਿਆ ਵਿਸ਼ੇਸ਼ਣ ਵੀ ਇੱਕ ਵਾਕ ਵਿੱਚ ਹੋ ਸਕਦੇ ਆ। ਤਾਂ ਇਹਦੀਆਂ ਹੋਰ ਉਦਾਹਰਨਾਂ ਤੁਸੀਂ ਲਿਖ ਸਕਦੇ ਹੋ, ਜਿਵੇਂ ਅੱਜ, ਕੱਲ, ਸਵੇਰੇ, ਸ਼ਾਮ। ਉਹ ਸਾਰੇ ਸ਼ਬਦ ਜਿਸ ਤੋਂ ਤੁਹਾਨੂੰ ਕਿਸੇ ਕੰਮ ਦੇ ਹੋਣ ਦੇ ਸਮੇਂ ਬਾਰੇ ਪਤਾ ਲੱਗੇ, ਤਾਂ ਉਹ ਸਾਰੇ ਸ਼ਬਦ ਤੁਸੀਂ ਇੱਥੇ ਇਹਦੇ ਵਿੱਚ ਇਨਕਲੂਡ ਕਰ ਸਕਦੇ ਹੋ। ਸਵੇਰੇ ਨੂੰ ਜੀ ਭਲਕੇ ਵੀ ਕਿਹਾ ਜਾਂਦਾ ਹੈ, ਤੜਕੇ ਵੀ ਕਿਹਾ ਜਾਂਦਾ ਹੈ, ਸਰਗੀ ਵੇਲੇ ਵੀ ਕਿਹਾ ਜਾਂਦਾ ਹੈ। ਸਰਗੀ ਵੇਲੇ, ਸ਼ਾਮ ਨੂੰ ਵੀ ਕਈ ਨਾਮ ਨਾਲ ਆਪਾਂ ਹੋਰ ਬੁਲਾ ਲੈਂਦੇ ਹਾਂ। ਸ਼ਾਮ ਨੂੰ ਆਪਾਂ ਗੋਹ ਧੂੜ ਵੇਲਾ ਵੀ ਕਿਹਾ ਜਾਂਦਾ ਹੈ। ਕੱਲ, ਪਰਸੋਂ, ਦੁਪਹਿਰ, ਰਾਤ, ਤ੍ਰਿਕਾਲਾਂ, 8 ਵਜੇ, 12 ਵਜੇ, ਇਸ ਤਰ੍ਹਾਂ ਕਰਕੇ ਸਮਾਂ ਵੀ ਦਿੱਤਾ ਹੋ ਸਕਦਾ। ਵੇਲੇ ਕੁਵੇਲੇ, ਸਾਲ, 2 ਸਾਲ, 3 ਹਫ਼ਤੇ, 4 ਹਫ਼ਤੇ, 1 ਮਹੀਨੇ ਬਾਅਦ, ਦੇਰ ਨਾਲ, ਤੀਜਾ ਪਹਿਰ, 8ਵਾਂ ਪਹਿਰ। ਸਾਨੂੰ ਪਤਾ ਜੀ ਪਹਿਰ ਵੀ ਜਿਹੜਾ ਹੈ ਉਹ ਵੀ ਇੱਕ ਸਮੇਂ ਨੂੰ ਦੱਸਣ ਦਾ ਤਰੀਕਾ ਹੈ ਆਦਿ। ਤਾਂ ਇਸ ਤਰ੍ਹਾਂ ਕਈ ਸ਼ਬਦਾਂ ਨਾਲ ਅਸੀਂ ਕਿਰਿਆ ਦੇ ਹੋਣ ਦੇ ਸਮੇਂ ਬਾਰੇ ਜਿਹੜਾ ਦੱਸ ਸਕਦੇ ਹਾਂ, ਜਿਹਦੇ ਵਿੱਚ ਆਪਾਂ ਇੰਨੇ ਸਾਰੇ ਟਾਈਪਸ ਜਿਹੜੇ ਆਪਾਂ ਦੇਖ ਚੁੱਕੇ ਹਾਂ। ਤੁਸੀਂ ਇਹਨਾਂ ਨੂੰ ਨੋਟ ਕਰ ਸਕਦੇ ਹੋ। ਅਗਰ ਵਾਕ ਦੇ ਵਿੱਚ ਇਹਦੇ ਵਿੱਚੋਂ ਕੋਈ ਵੀ ਤੁਹਾਨੂੰ ਇਹ ਸ਼ਬਦ ਦਿਖਾਈ ਦਿੰਦਾ, ਦੈਟ ਮੀਨਸ ਉਹ ਕਿਰਿਆ ਦੀ ਵਿਸ਼ੇਸ਼ਤਾ ਦੱਸ ਰਿਹਾ ਹੈ, ਤਾਂ ਉਹ ਕਿਰਿਆ ਦੀ ਵਿਸ਼ੇਸ਼ਤਾ ਕਾਲਵਾਚਕ ਤਰੀਕੇ ਨਾਲ ਦੱਸ ਰਿਹਾ, ਯਾਨੀ ਕਿ ਉਹਦੇ ਕਿਰਿਆ ਦੇ ਹੋਣ ਦੇ ਸਮੇਂ ਬਾਰੇ ਦੱਸ ਰਿਹਾ। ਤੇ ਇਹ ਹੋ ਗਈ ਜੀ ਕਾਲਵਾਚਕ ਕਿਰਿਆ ਵਿਸ਼ੇਸ਼ਣ। ਹੁਣ ਆਪਾਂ ਦੇਖਦੇ ਹਾਂ ਜਿਹਦੀ ਸੈਕਿੰਡ ਟਾਈਪ। ਹਾਂਜੀ, ਹੁਣ ਆਪਾਂ ਕਰਨ ਲੱਗੇ ਹਾਂ ਸੈਕਿੰਡ ਟਾਈਪ, ਸਥਾਨਵਾਚਕ ਕਿਰਿਆ ਵਿਸ਼ੇਸ਼ਣ। ਦੇਖੋ, ਸਥਾਨਵਾਚਕ ਸ਼ਬਦ ਤੋਂ ਪਤਾ ਚੱਲ ਰਿਹਾ ਸਥਾਨ, ਉਹ ਕਿਰਿਆ ਸ਼ਬਦ ਦੀ ਵਿਸ਼ੇਸ਼ਤਾ ਦੱਸਦੇ ਹੋਏ ਕਿਰਿਆ ਦੇ ਹੋਣ ਤੇ ਸਥਾਨ ਬਾਰੇ ਸਾਨੂੰ ਦੱਸੇ, ਉਹ ਹੁੰਦਾ ਜੀ ਸਥਾਨਵਾਚਕ ਕਿਰਿਆ ਵਿਸ਼ੇਸ਼ਣ। ਤੁਸੀਂ ਨੋਟ ਕਰ ਸਕਦੇ ਹੋ, ਜੋ ਸ਼ਬਦ ਕਿਰਿਆ ਨਾਲ ਆ ਕੇ ਕਿਰਿਆ ਦੀ ਵਿਸ਼ੇਸ਼ਤਾ ਦੱਸਦੇ ਹੋਏ, ਜਾਂ ਤੁਸੀਂ ਲਿਖ ਸਕਦੇ ਹੋ ਕਿਰਿਆ ਦੇ ਸਥਾਨ ਜਾਂ ਜਗ੍ਹਾ ਬਾਰੇ ਦੱਸਦੇ ਹੋਏ ਉਸ ਦੀ ਵਿਸ਼ੇਸ਼ਤਾ ਦੱਸੇ। ਕਿਸੇ ਵੀ ਤਰ੍ਹਾਂ ਤੁਸੀਂ ਲਿਖ ਸਕਦੇ ਹੋ, ਜੋ ਸ਼ਬਦ ਕਿਰਿਆ ਨਾਲ ਆ ਕੇ ਕਿਰਿਆ ਦੀ ਵਿਸ਼ੇਸ਼ਤਾ ਦੱਸਦੇ ਹੋਏ ਉਸਦੇ ਸਥਾਨ ਬਾਰੇ ਦੱਸੇ, ਜਾਂ ਤੁਸੀਂ ਲਿਖ ਸਕਦੇ ਹੋ ਜੋ ਸ਼ਬਦ ਕਿਰਿਆ ਨਾਲ ਆ ਕੇ ਕਿਰਿਆ ਦੇ ਸਥਾਨ ਜਾਂ ਜਗ੍ਹਾ ਬਾਰੇ ਦੱਸਦੇ ਹੋਏ ਉਸ ਦੀ ਵਿਸ਼ੇਸ਼ਤਾ ਦੱਸੇ। ਤਾਂ ਜੋ ਕਿਰਿਆ ਵਿਸ਼ੇਸ਼ਣ ਕਿਰਿਆ ਦੇ ਸ਼ਬਦ ਦੀ ਵਿਸ਼ੇਸ਼ਤਾ ਦੱਸਦੇ ਹੋਏ ਨਾਲ ਸਾਨੂੰ ਇਹ ਦੱਸੇ ਕਿ ਉਹ ਕਿਰਿਆ ਕਿਹੜੀ ਜਗ੍ਹਾ 'ਤੇ ਕਿਹੜੇ ਸਥਾਨ 'ਤੇ ਹੋ ਰਹੀ ਹੈ, ਉਹ ਫਿਰ ਉਹਦੀ ਸਥਾਨਵਾਚਕ ਕਿਰਿਆ ਵਿਸ਼ੇਸ਼ਣ ਦੀ ਟਾਈਪ ਬਣ ਜਾਂਦੀ ਹੈ। ਉਦਾਹਰਨ ਦੇਖੋ, ਜਿਵੇਂ ਬੱਚੇ ਮੈਦਾਨ ਵਿੱਚ ਖੇਡ ਰਹੇ ਹਨ। ਤਾਂ ਬੱਚੇ ਖੇਡ ਰਹੇ ਨੇ, ਤਾਂ ਖੇਡਣਾ ਜਿਹੜਾ ਹੈ ਜੀ ਉਹ ਹੋ ਗਿਆ ਕਿਰਿਆ। ਤੇ ਕਿੱਥੇ ਖੇਡ ਰਹੇ ਨੇ? ਮੈਦਾਨ ਵਿੱਚ। ਤਾਂ ਮੈਦਾਨ ਕੀ ਹੋ ਗਿਆ? ਸਥਾਨਵਾਚਕ ਕਿਰਿਆ ਵਿਸ਼ੇਸ਼ਣ। ਸਥਾਨਵਾਚਕ ਕਿਰਿਆ ਵਿਸ਼ੇਸ਼ਣ, ਕਿਉਂਕਿ ਕਿਰਿਆ ਦੀ ਵਿਸ਼ੇਸ਼ਤਾ ਦੱਸ ਰਿਹਾ ਤੇ ਵਿਸ਼ੇਸ਼ਤਾ ਦੱਸਦੇ ਹੋਏ ਉਹ ਕਿੱਥੇ ਖੇਡ ਰਿਹਾ, ਉਹਦੀ ਜਗ੍ਹਾ, ਉਹਦੇ ਸਥਾਨ ਬਾਰੇ ਦੱਸ ਰਿਹਾ, ਤੇ ਇਹ ਬਣ ਜਾਂਦਾ ਜੀ ਕਿਰਿਆ ਵਿਸ਼ੇਸ਼ਣ, ਸਥਾਨਵਾਚਕ ਕਿਰਿਆ ਵਿਸ਼ੇਸ਼ਣ। ਇੱਕ ਹੋਰ ਟਾਈਪ ਤੁਸੀਂ ਦੇਖ ਸਕਦੇ ਹੋ ਉਸਦੀ, ਦਾਣਿਆਂ ਨੂੰ ਛੱਤ ਉੱਪਰ
ਪਾ ਦਿਓ। ਪੰਛੀਆਂ ਲਈ ਅਕਸਰ ਦਾਣੇ ਪਾਏ ਜਾਂਦੇ ਹਨ ਜੀ ਛੱਤ ਉੱਪਰ, ਦਾਣਿਆਂ ਨੂੰ ਛੱਤ ਉੱਪਰ ਪਾ ਦਿਓ। ਤਾਂ ਪਾ ਦੇਣਾ ਇਹ ਹੋ ਗਈ ਕਿਰਿਆ, ਕਿਉਂਕਿ ਇਹ ਕੰਮ ਹੈਗਾ। ਤੇ ਛੱਤ ਉੱਪਰ ਕਿੱਥੇ ਪਾ ਕੇ ਆਉਣਾ? ਛੱਤ ਉੱਪਰ। ਤਾਂ ਉਹਦਾ ਸਥਾਨ ਜੋ ਸਾਨੂੰ ਜਿਹੜਾ ਸ਼ਬਦ ਦੱਸ ਰਿਹਾ ਉਹ ਹੈਗਾ ਜੀ ਛੱਤ ਉੱਪਰ। ਤਾਂ ਇਹ ਹੋ ਗਈ ਸਾਡੇ ਸਥਾਨਵਾਚਕ ਕਿਰਿਆ ਵਿਸ਼ੇਸ਼ਣ। ਇਸੇ ਤਰ੍ਹਾਂ ਜਿਹੜੇ ਵੀ ਸ਼ਬਦ ਸਾਨੂੰ ਸਥਾਨ ਬਾਰੇ ਦੱਸਦੇ ਆ ਜੀ, ਉਹ ਸਾਰੀਆਂ ਐਗਜ਼ਾਮਪਲ ਤੁਸੀਂ ਇਹਦੇ ਵਿੱਚ ਇਨਕਲੂਡ ਕਰ ਸਕਦੇ ਹੋ। ਕੁਛ ਆਪਾਂ ਤੁਹਾਨੂੰ ਇੱਥੇ ਲਿਖਵਾ ਦਿੰਦੇ ਹਾਂ, ਜਿਵੇਂ ਛੱਤ ਉੱਪਰ, ਆਕਾਸ਼, ਅਸਮਾਨ, ਧਰਤੀ ਉੱਪਰ, ਜਾਂ ਤੁਸੀਂ ਇੱਥੇ ਲਿਖ ਸਕਦੇ ਹੋ ਜ਼ਮੀਨ 'ਤੇ, ਅੰਦਰ, ਬਾਹਰ, ਵਿਚਕਾਰ, ਦਰਵਾਜ਼ੇ 'ਤੇ ਆਦਿ। ਇਹ ਹੋ ਗਈ ਜੀ ਸੈਕਿੰਡ ਟਾਈਪ ਸਥਾਨਵਾਚਕ ਕਿਰਿਆ ਵਿਸ਼ੇਸ਼ਣ। ਹੁਣ ਆਪਾਂ ਕਰਦੇ ਜੀ ਇਹਦੀ ਥਰਡ ਟਾਈਪ। ਹਾਂਜੀ, ਨੈਕਸਟ ਟਾਈਪ ਹੈਗੀ ਹੈ ਪ੍ਰਕਾਰਵਾਚਕ ਕਿਰਿਆ ਵਿਸ਼ੇਸ਼ਣ। ਦੇਖੋ, ਪ੍ਰਕਾਰਵਾਚਕ ਦਾ ਮਤਲਬ ਹੁੰਦਾ ਕੋਈ ਕੰਮ ਕਿਸ ਪ੍ਰਕਾਰ ਕੀਤਾ ਜਾ ਰਿਹਾ, ਮਤਲਬ ਕਿਸ ਢੰਗ ਜਾਂ ਕਿਸ ਤਰੀਕੇ ਨਾਲ ਕੀਤਾ ਜਾ ਰਿਹਾ। ਤਾਂ ਤੁਸੀਂ ਨੋਟ ਕਰ ਸਕਦੇ ਹੋ, ਜੋ ਸ਼ਬਦ ਕਿਰਿਆ ਦੇ ਹੋਣ ਦੇ ਪ੍ਰਕਾਰ, ਢੰਗ ਜਾਂ ਤਰੀਕੇ ਬਾਰੇ ਦੱਸ ਕੇ ਉਸ ਦੀ ਵਿਸ਼ੇਸ਼ਤਾ ਪ੍ਰਗਟ ਕਰੇ, ਉਸ ਨੂੰ ਅਸੀਂ ਕਹਿੰਦੇ ਜੀ ਪ੍ਰਕਾਰਵਾਚਕ ਕਿਰਿਆ ਵਿਸ਼ੇਸ਼ਣ। ਜੋ ਸ਼ਬਦ ਕਿਰਿਆ ਨਾਲ ਆ ਕੇ ਕਿਰਿਆ ਦੇ ਹੋਣ ਦੇ ਪ੍ਰਕਾਰ ਸਭ ਤੋਂ ਪਹਿਲਾਂ ਆਪਾਂ ਐਗਜ਼ਾਮਪਲ ਦੇਖੀ ਸੀਗੀ ਜੀ ਕਿ ਸ਼ਾਮ, ਤੇਜ਼, ਇਸੇ ਤਰ੍ਹਾਂ ਤੁਸੀਂ ਹੋਰ ਇਹਦੇ ਵਿੱਚ ਸ਼ਬਦ ਐਡ ਕਰ ਸਕਦੇ ਹੋ, ਜਿਵੇਂ ਹੌਲੀ ਹੌਲੀ, ਸਹਿਜੇ ਸਹਿਜੇ, ਅਚਾਨਕ, ਆਦਿ। ਤਾਂ ਬਹੁਤ ਸਾਰੇ ਸ਼ਬਦ ਹਨ, ਜਿਹੜੇ ਵੀ ਸ਼ਬਦ ਤੋਂ ਤੁਹਾਨੂੰ ਇਹ ਪਤਾ ਚੱਲੇ ਕਿ ਕਿਰਿਆ ਦੇ ਇਹ ਦੱਸਿਆ ਹੋਵੇ ਕਿ ਕਿਰਿਆ ਕਿਸ ਢੰਗ ਨਾਲ ਕੀਤੀ ਜਾ ਰਹੀ ਹੈ। ਹੁਣ ਆਪਾਂ ਕਰਦੇ ਹਾਂ ਜੀ ਇਹਦੀ ਫੋਰਥ ਟਾਈਪ ਸੰਖਿਆਵਾਚਕ ਕਿਰਿਆ ਵਿਸ਼ੇਸ਼ਣ। ਸੰਖਿਆਵਾਚਕ ਕਿਰਿਆ ਵਿਸ਼ੇਸ਼ਣ, ਸੰਖਿਆ ਸ਼ਬਦ ਤੋਂ ਤੁਹਾਨੂੰ ਪਤਾ ਚੱਲ ਰਿਹਾ ਹੋਵੇਗਾ ਕਿ ਉਹ ਸ਼ਬਦ ਜੋ ਕਿਰਿਆ ਦੀ ਵਿਸ਼ੇਸ਼ਤਾ ਉਸਦੀ ਸੰਖਿਆ ਵਿੱਚ ਦੱਸੇ। ਹਾਂਜੀ, ਤੁਸੀਂ ਨੋਟ ਕਰ ਸਕਦੇ ਹੋ, ਜੋ ਸ਼ਬਦ ਕਿਰਿਆ ਨਾਲ ਆ ਕੇ ਉਸ ਦੀ ਸੰਖਿਆ ਜਾਂ ਗਿਣਤੀ ਬਾਰੇ ਦੱਸਦੇ ਹੋਏ ਉਸ ਦੀ ਵਿਸ਼ੇਸ਼ਤਾ ਪ੍ਰਗਟ ਕਰੇ। ਹਾਂਜੀ, ਜੋ ਸ਼ਬਦ ਕਿਰਿਆ ਨਾਲ ਆ ਕੇ ਉਸਦੀ ਸੰਖਿਆ ਜਾਂ ਗਿਣਤੀ ਬਾਰੇ ਦੱਸ ਕੇ ਉਸਦੀ ਵਿਸ਼ੇਸ਼ਤਾ ਪ੍ਰਗਟ ਕਰੇ, ਉਸ ਨੂੰ ਅਸੀਂ ਕਹਿੰਦੇ ਹਾਂ ਸੰਖਿਆਵਾਚਕ ਕਿਰਿਆ ਵਿਸ਼ੇਸ਼ਣ। ਜਿਵੇਂ ਹਾਂਜੀ, ਉਦਾਹਰਨ ਲਿਖ ਸਕਦੇ ਹੋ ਇਸਦੀ, ਜਿਵੇਂ ਬੱਚੇ ਵਾਰ-ਵਾਰ ਗਲਤੀ ਕਰ ਰਹੇ ਸਨ। ਤਾਂ ਗਲਤੀ ਕਰਨਾ ਕਿਰਿਆ ਹੈ, ਪਰ ਕਿੰਨੀ ਵਾਰ, ਉਹਦੀ ਸੰਖਿਆ ਕਿੰਨੀ ਹੈ? ਵਾਰ-ਵਾਰ। ਤਾਂ ਇਹ ਹੋ ਗਿਆ ਸਾਡਾ ਸੰਖਿਆਵਾਚਕ ਕਿਰਿਆ ਵਿਸ਼ੇਸ਼ਣ। ਸੰਖਿਆਵਾਚਕ
ਕਿਰਿਆ ਵਿਸ਼ੇਸ਼ਣ। ਇਸੇ ਤਰ੍ਹਾਂ ਦੀ ਐਗਜ਼ਾਮਪਲਸ ਲਿਖ ਸਕਦੇ ਹੋ ਹੋਰ। ਅਧਿਆਪਕ ਨੇ ਬੱਚਿਆਂ ਨੂੰ ਪੰਜ ਦੇ ਗਰੁੱਪ ਜਾਂ ਸਮੂਹ ਬਣਾਉਣ ਲਈ ਕਿਹਾ। ਸਮੂਹ ਬਣਾਉਣਾ ਇੱਕ ਕਿਰਿਆ ਹੋਗੀ, ਲੇਕਿਨ ਕਿੰਨਿਆਂ ਦੇ ਬਣਾਉਣੇ ਆ? ਪੰਜ ਦੇ ਬਣਾਉਣੇ ਆ, ਤਾਂ ਇਹ ਹੋ ਗਿਆ ਜੀ ਪੰਜ ਸਾਡਾ ਜੋ ਹੈਗਾ ਉਹ ਹੋ ਗਿਆ ਕਿਰਿਆ ਵਿਸ਼ੇਸ਼ਣ। ਇਹ ਪੰਜ ਜੋ ਹੈ ਉਹ ਹੋਏਗਾ ਸੰਖਿਆਵਾਚਕ ਕਿਰਿਆ ਵਿਸ਼ੇਸ਼ਣ। ਤਾਂ ਤੁਹਾਨੂੰ ਸੰਖਿਆਵਾਚਕ ਕਿਰਿਆ ਵਿਸ਼ੇਸ਼ਣ ਕਲੀਅਰ ਹੈ। ਸੰਖਿਆਵਾਚਕ ਕਿਰਿਆ ਵਿਸ਼ੇਸ਼ਣ 'ਚ ਹੋਰ ਸ਼ਬਦ ਵੀ ਆ ਸਕਦੇ ਆ, ਵਾਰ-ਵਾਰ, ਪੰਜ, ਇੱਕ, ਦੋ, ਘੜੀ ਮੁੜੀ, ਘੜੀ। ਤਾਂ ਇੱਦਾਂ ਕਰਕੇ ਜਿਹੜੇ ਸ਼ਬਦ ਆ ਉਹ ਵੀ ਤੁਹਾਨੂੰ ਇੱਥੇ ਵਾਕ ਵਿੱਚ ਦੇਖਣ ਨੂੰ ਮਿਲ ਸਕਦੇ ਆ। ਉਹ ਵੀ ਸਾਰੇ ਸੰਖਿਆਵਾਚਕ ਕਿਰਿਆ ਵਿਸ਼ੇਸ਼ਣ ਦੀ ਉਦਾਹਰਨਾਂ ਨੇ। ਜਿਹੜੀਆਂ ਵੀ ਮੈਂ ਤੁਹਾਨੂੰ ਹੋਰ ਉਦਾਹਰਨਾਂ ਬੋਲੀਆਂ ਤੁਸੀਂ ਉਹ ਵੀ ਨੋਟ ਕਰ ਸਕਦੇ ਹੋ। ਘੜੀ ਦਾ ਮਤਲਬ ਇਹ ਹੁੰਦਾ ਜੀ ਵਾਰ-ਵਾਰ। ਇਸੇ ਤਰ੍ਹਾਂ ਘੜੀ ਮੁੜੀ ਦਾ ਅਰਥ ਵੀ ਬਾਰ-ਬਾਰ ਹੁੰਦਾ। ਉਸ ਤੋਂ ਬਾਅਦ ਤੁਸੀਂ ਇੱਥੇ ਲਿਖ ਸਕਦੇ ਹੋ ਇੱਕ ਜਾਂ ਦੋ ਜਾਂ 10 ਆਦਿ। ਕਈ ਐਗਜ਼ਾਮਪਲਸ ਇਸ ਦੀਆਂ ਬਣ ਸਕਦੀਆਂ ਨੇ। ਤਾਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜੀ ਕਿਰਿਆ ਵਿਸ਼ੇਸ਼ਣ ਨੂੰ ਸਮਝਿਆ, ਕਿਰਿਆ ਵਿਸ਼ੇਸ਼ਣ ਦਾ ਮੀਨਿੰਗ ਕੀਤਾ। ਉਸ ਤੋਂ ਬਾਅਦ ਉਹਦੇ ਟਾਈਪਸ ਦੇਖੀਆਂ। ਟੋਟਲ 8 ਟਾਈਪਸ ਹੁੰਦੀਆਂ ਨੇ, ਉਹਦੇ ਵਿੱਚੋਂ ਆਪਾਂ 4 ਟਾਈਪਸ ਜਿਹੜੀਆਂ ਜੇ ਡਿਸਕਸ ਕਰ ਚੁੱਕੇ ਹਾਂ। ਸਭ ਤੋਂ ਪਹਿਲਾਂ ਆਪਾਂ ਦੇਖਿਆ ਕਾਲਵਾਚਕ ਕਿਰਿਆ ਵਿਸ਼ੇਸ਼ਣ, ਫਿਰ ਸਥਾਨਵਾਚਕ ਕਿਰਿਆ ਵਿਸ਼ੇਸ਼ਣ, ਤੀਸਰਾ ਪ੍ਰਕਾਰਵਾਚਕ ਕਿਰਿਆ ਵਿਸ਼ੇਸ਼ਣ ਤੇ ਚੌਥਾ ਸੰਖਿਆਵਾਚਕ ਕਿਰਿਆ ਵਿਸ਼ੇਸ਼ਣ। ਤੁਹਾਨੂੰ ਕਨਸੈਪਟ ਚੰਗੀ ਤਰ੍ਹਾਂ ਸਮਝ ਆ ਰਹੇ ਹੋਣਗੇ। ਜੇ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਕਰੋ, ਸ਼ੇਅਰ ਕਰੋ ਤੇ ਨਾਲ ਹੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਮੈਨੂੰ ਆਪਣਾ ਕਮੈਂਟ ਸੈਕਸ਼ਨ ਦੇ ਵਿੱਚ ਫੀਡਬੈਕ ਜ਼ਰੂਰ ਦਿਓ। ਥੈਂਕ ਯੂ।